प्यारे बच्चों सत श्री अकाल। देखो अज असी पंजाब अचीवमेंट सर्वे अभ्यास शीट 13 करन जा रहे हैं। इस तो पहला भी असी अभ्यास शीटां 12 कर चुके हैं। ठीक है, अज तरीक है 7/9/2020। बहुत सारे बच्चे बहुत वधिया रिस्पॉन्स दे रहे हैं, पर कुछ बच्चे की ने बच्चों डर जाते हैं। वो कहते हैं भी सानू बहुत काम औखा लगता है, पर की है औखा कह के असी सार नहीं सकते भी चलो इदा कह के सर गया। कहते किश्ती सब तो ज़्यादा सुरक्षित तद होंदी है जदों वह किनारे ते खड़ी होंदी है, पर किश्ती किनारे ते खड़ी होने लिए नहीं बनाई जाती। उसी तरह किनारे ते खड़े होकर नदी देख सकते हाँ ते पार नहीं कर सकते। की मतलब है बच्चों कि भी सानू मेहनत करनी ही पवेगी। ठीक है, क्योंकि असी मेहनत करने के लिए ही की है भी पढ़ते हाँ तो कुछ जिंदगी दे विच बनना चाहते हाँ। ठीक है ना, सानू किश्ती दे वांगू की है पानी दे विच जरूर एक बार जाना पवेगा, ताही असी किनारे दूसरे किनारे ते पहुँच सकते हैं। भाव असी जिंदगी दे विच कुछ ना कुछ प्राप्त कर सकते हैं, है ना। तो हुण देखो आपां की कर रहे हैं अज विशा पंजाबी। किस तरह करना तुहानूं पहलां ही पता, पहलां चंगी तरह पढ़ना है फिर असी उत्तर देने ने। सरदार हरी सिंह नलूआ पूर्ण जति शति योधा सी। उसका आचरण सच्चा ते सुच्चा सी। अमीरां वाली ऐश प्रस्ती उस विच नहीं सी। राज भाग ठाठ वाठ हुंदियां भी उसके मन अंदर सेवा भावना सी। वो कहनी ते करनी दा पक्का सी। उसने जिथे भी मित्रता पाई पूरी तरह निभाई। धार्मिक पक्षों वह पूर्ण गुरसिख सी। ਉਹ ਅੰਮ੍ਰਿਤ ਵੇਲੇ ਜਾਗਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ। ਉਹ ਗੁਰੂ ਘਰ ਦੇ ਕੀਰਤਨੀਆਂ ਦਾ ਬੜਾ ਸਤਿਕਾਰ ਕਰਦਾ ਸੀ। ਉਹ ਸਮਾਂ ਕੱਢ ਕੇ ਕੀਰਤਨ ਵੀ ਸੁਣਿਆ ਕਰਦਾ ਸੀ। ਉਸਨੇ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਤੇ ਗੁਰਦੁਆਰੇ ਵੀ ਬਣਾਏ ਸਨ। ਉਸ ਦੇ ਰੋਮ ਰੋਮ ਵਿੱਚ ਗੁਰਬਾਣੀ ਦਾ ਵਾਸ ਸੀ। ਉਹ ਹਰ ਗੱਲਬਾਤ ਵਿੱਚ ਗੁਰਬਾਣੀ ਦਾ ਹਵਾਲਾ ਦਿੰਦਾ ਸੀ। ਇਹੀ ਕਾਰਨ ਸੀ ਕਿ ਮੁਸੀਬਤ ਵੇਲੇ ਸਮੱਸਿਆ ਦੇ ਹੱਲ ਲਈ ਉਹ ਗੁਰਬਾਣੀ ਦਾ ਆਸਰਾ ਲੈਂਦਾ ਸੀ। ਹਾਂਜੀ, ਜਤੀ ਸਤੀ ਯੋਧਾ ਭਾਵ ਜਿਹੜੇ ਆਪਣੇ ਕੰਮ ਦੇ ਵਿੱਚ ਪੂਰਨ ਕੀ ਹੈ ਹੋਣ, ਭਾਵ ਜਿਨ੍ਹਾਂ ਦੀ ਜਿਹੜੀ ਨਿਗਾਹ ਬਹੁਤ ਸੁਲੱਖਣੀ ਹੋਵੇ, ਹੈ ਨਾ ਬੱਚੋ। ਹੁਣ ਦੇਖੋ ਆਪਾਂ ਪ੍ਰਸ਼ਨ ਉੱਤਰ ਦੇਣੇ ਨੇ। ਹਰੀ ਸਿੰਘ ਨਲੂਆ ਦਾ ਆਚਰਣ ਕਿਹੋ ਜਿਹਾ ਸੀ? ਬਹੁਤ ਚੰਗਾ, ਬਹੁਤ ਮਾੜਾ, ਨਾ ਚੰਗਾ ਨਾ ਮਾੜਾ, ਇਹਨਾਂ ਵਿੱਚੋਂ ਕੋਈ ਨਹੀਂ ਬੱਚੋ, ਬਹੁਤ ਚੰਗਾ ਸੀ। ਕੀ ਸੀ? ਆਪਾਂ ਕਿਉਂਕਿ ਪੜ੍ਹ ਚੁੱਕੇ ਹਾਂ ਉੱਪਰੋਂ ਵੀ ਉਹ ਹਰ ਤਰ੍ਹਾਂ ਦਾ ਕੰਮ ਬੜੇ ਸੁਚੱਜੇ ਢੰਗ ਦੇ ਨਾਲ, ਸਾਫ ਸਫਾਈ ਦੇ ਨਾਲ, ਭਾਵ ਉੱਚੇ ਸੁੱਚੇ ਆਚਰਣ ਵਾਲੇ ਸਨ। ਦੂਸਰਾ ਪ੍ਰਸ਼ਨ, ਇਹ ਕਿਹੜਾ ਵਿਸ਼ਰਾਮ ਚਿੰਨ੍ਹ ਹੈ? ਦੇਖੋ ਬੱਚੋ ਇਹ ਹੈਗਾ ਕੌਮਾ, ਡੰਡੀ, ਪੁੱਠੇ ਕੌਮਾ, ਛੁੱਟ ਮਰੋੜੀ, ਸੱਸਾ ਕਾਮਾ। ਤੇ ਸਾਡਾ ਕੀ ਹੈ ਵੀ ਸੱਸਾ ਉੱਤਰ ਬਿਲਕੁਲ ਸਹੀ ਹੈ। ਇਹਨੂੰ ਅਸੀਂ ਆਪਾਂ ਕੌਮਾ ਬੋਲਦਾ ਨਾ, ਉਂਝ ਕੰਮ ਹੈ। ਠੀਕ ਹੈ ਨਾ। ਪ੍ਰਸ਼ਨ 3, ਉਹ ਕਹਿਣੀ ਤੇ ਕਰਨੀ ਦਾ ਪੱਕਾ ਸੀ। ਵਾਕ ਤੋਂ ਕੀ ਭਾਵ ਹੈ? ਉਹ ਜੋ ਕਹਿੰਦਾ ਸੀ ਉਹੀ ਕਰਦਾ ਸੀ। ਉਹ ਜੋ ਨਹੀਂ ਕਹਿੰਦਾ ਸੀ ਉਹ ਕੰਮ ਕਰਦਾ ਸੀ। ਉਹ ਜੋ ਕਹਿੰਦਾ ਸੀ ਉਹ ਕੰਮ ਨਹੀਂ ਕਰਦਾ ਸੀ। ਇਹਨਾਂ ਵਿੱਚੋਂ ਕੋਈ ਨਹੀਂ ਬੱਚੋ। ਪਹਿਲਾ ਹੈਗਾ ਊੜਾ, ਜੋ ਕਹਿੰਦਾ ਸੀ ਉਹ ਕਰਦਾ ਸੀ। ਕਹਿਣੀ ਤੇ ਕਰਨ ਦਾ ਪੱਕਾ ਭਾਵ ਜੋ ਕਹਿੰਦੇ ਸੀ ਉਹ ਤੋਂ ਹਰ ਹਾਲਤ ਦੇ ਵਿੱਚ ਉਸ ਕੰਮ ਨੂੰ ਕਰਦੇ ਸਨ। ਅੱਗੇ ਅੰਮ੍ਰਿਤ ਵੇਲਾ ਲਈ ਕਿਹੜਾ ਸ਼ਬਦ ਸਹੀ ਹੈ? ਸ਼ਾਮ ਦਾ ਵੇਲਾ, ਸਵੇਰੇ, ਸਵਖਤੇ ਦਾ ਵੇਲਾ। ਬੱਚੋ ਇਹਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ। ਜਿਸ ਟਾਈਮ ਕੀ ਹੈ ਭਾਈ ਜੀ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਪਾਠ ਕਰਦੇ ਨੇ, ਹੈ ਨਾ, ਤਾਂ ਉਸਨੂੰ ਬੋਲਦੇ ਆ। ਪੰਛੀ ਚਹਿਰਾਉਂਦੇ ਨੇ, ਆਪਣੇ ਆਲਿਆਂ 'ਚੋਂ ਜਾ ਕੇ ਆਪਣੇ ਚੋਗਿਆਂ ਲਈ ਦੌੜਦੇ ਨੇ, ਉੱਡਦੇ ਨੇ, ਤਾਂ ਉਹ ਕਿਹੜਾ ਟਾਈਮ ਹੁੰਦਾ? ਅੰਮ੍ਰਿਤ ਵੇਲਾ, ਜਦੋਂ ਸੂਰਜ ਦੀਆਂ ਕਿਰਨਾਂ ਹਜੇ ਨਿਕਲੀਆਂ ਨਹੀਂ ਹੁੰਦੀਆਂ। ਪ੍ਰਸ਼ਨ 5, ਪੈਰੇ ਅਨੁਸਾਰ ਸਾਨੂੰ ਮੁਸੀਬਤ ਵੇਲੇ ਕੀ ਕਰਨਾ ਚਾਹੀਦਾ ਹੈ? ਮੁਸੀਬਤ ਤੋਂ ਘਬਰਾਉਣਾ ਨਹੀਂ ਚਾਹੀਦਾ। ਐੜਾ, ਮੁਸੀਬਤ ਸਮੇਂ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਮੁਸੀਬਤ ਆਉਣ ਸਮੇਂ ਬੈਠ ਜਾਣਾ ਚਾਹੀਦਾ ਹੈ। ਸੱਸਾ, ਊੜਾ ਤੇ ਐੜਾ। ਹਾਂਜੀ ਬੱਚੋ ਇਹ ਬਿਲਕੁਲ ਸਹੀ ਹੈ। ਮੁਸੀਬਤ ਤੋਂ ਘਬਰਾਉਣਾ ਨਹੀਂ ਚਾਹੀਦਾ। ਮੁਸੀਬਤ ਸਮੇਂ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਇਸ ਕਰਕੇ ਸਾਨੂੰ ਵੀ ਪੇਪਰਾਂ ਤੋਂ ਡਰਨਾ ਨਹੀਂ ਚਾਹੀਦਾ। ਪੜ੍ਹਾਈ ਤੋਂ ਸਾਨੂੰ ਵੀ ਕੀ ਵੀ ਮਿਹਨਤ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਅੱਗੇ ਦੇਖੋ ਹੈਗਾ ਬੱਚੋ ਵਿਸ਼ਾ ਗਣਿਤ। ਹੇਠ ਦਿੱਤੀ ਤਸਵੀਰਾਂ ਵਿੱਚੋਂ ਕਿਹੜੀ ਤਸਵੀਰ ਦੀ ਆਕ੍ਰਿਤੀ ਚੱਕਰ ਵਰਗੀ ਨਹੀਂ ਹੈ? ਦੇਖੋ ਬੱਚੋ ਇਹ ਬਿਲਕੁਲ ਚੱਕਰ ਲੱਗ ਰਿਹਾ, ਗੋਲ ਗੋਲ, ਹੈ ਨਾ।
ये भी चक्कर लग रहा है, ये भी चक्कर लग रहा है। बच्चों ये की है, एक औल की तरह है, अंडे की तरह, ये चक्कर नहीं है। इस करके साडा सस्सा उत्तर बिल्कुल सही है। अगे देखो, देख के दसो कि दिते गए मापक विच पानी की मात्रा कितनी है। देखो बच्चों, ये हैगा 1 लीटर, 2 लीटर, 3 लीटर, 4 लीटर। देखो जो पानी है 2 तो वध है तो 3 तो घट है। हुण आपां दसना उड़ा 2 लीटर, 3 लीटर तो वध, 2 लीटर तो घट। अगे बच्चों 2 लीटर तो 3 लीटर के विचकार, एक सस्सा उत्तर बिल्कुल सही है। ठीक है ना, क्योंकि यह की है 2 ते 3 के विचकार है। नैक्सट प्रश्न देखो, राम रोज़ सवेरे 6 बजे दौड़ लगाउण जांदा है, कितना मेहनती है। देखो बच्चों, राम हेठां दर्शाईਆਂ घड़ियां विचों किहड़ी घड़ी इस समय नूं दर्शाउंदी है। ये बच्चे देखो, ये कितना हो गया, ये 6:05 होने वाले ने। ठीक है, ये 10:30 हो गए ना, 11:30 बच्चों, है ना, 11:30 हो गए। ये कितना हो गया, देखो बच्चों, ये हो गया 6:30 तो आ कला 6 है, तो सानू की है सस्सा भाग भी है भी राम इस इन्ने 6 बजे दौड़दा है। ठीक है, अगे देखो नमूना पूरा करो। 12 + 14, 2 × 13। देखो बच्चों किमें हो गए, 14 ते 12 हो गए 26, 2 ते 13, 13 दूनी 26। इधरों 14 सी, इधरों 12 सी। देखो बच्चों एक इधरों एक एका लैके इधर पाता, कितने हो गए 13 × 13 जोड़ 13, भाव असीं लिखता 2 × 13। द्वारा देखो इत्थे 14 ने, 14 ने एक इहनूं देता, किन्ने बन गए बच्चे कोल 13, ਇਹਦੇ ਕੋਲ भी किन्ने हो गए 13, भाव 13 जोड़ 13, 2 × 13। अगे देखो 12 जोड़ 14 जोड़ 16। हुण देखो बच्चों की लिखा 3 × 14, इत्थे किसी 2 × 13 अगे वधी जाता, एक एक इधरों वध रहा, एक एक इधरों वध रहा। 3 × 14 किमें हो गया, उस हिसाब नाल देखो बच्चों, इहने 13 की करता भी, ये ਇਹਦੇ ਕੋਲੇ 14 ने। ठीक है, 14 रख ले ਆਪਾਂ ने, ਇਹਨੇ 14 रख ले तो 2 ਇਹਨੂੰ देते, तो एक बार 14 ਇੱਥੇ हो गए, 14 ਇੱਥੇ हो गए, 14 ਇੱਥੇ हो गए, 3 × 14, है ना। अगे देखो इधर की है भी, इधर की है देखो 12 जोड़ 14, 12 जोड़ 14 जोड़ 16। ठीक है, हम क्योंकि 12 जोड़ 14 जोड़ 16 जोड़ 18, ਇੱਥੇ की है 2 ਪਹਿਲਾਂ ਦੇ ਨਾਲੋਂ ਵੱਧ ਗਏ, है ना। तो असीं की कीता भी, एक असीं ਇਹਦੇ ਵਿੱਚ ਵਧਾਤਾ, एक असीं ਇਹਦੇ ਵਿੱਚ ਵਧਾਤਾ, 4 × 15। वही देखो बच्चों अगे 12 जोड़ 14 जोड़ 16 जोड़ 18 जोड़ 20, इत्थे किन्ने बन गए बच्चों 20। ठीक है, अगे जोड़ 22, तो की करना हुण आपां देखो, तो किन्ना हो गया, ये किन्ना हो जाएगा बच्चों, इत्थे 4 सी 15 सी, इत्थे 4 की बजाय किन्ना आ जाएगा बच्चों 5 आ जाएगा, 15 की बजाय किन्ना आ जाएगा 16, है ना। तो साडा ये की आ जाएगा भी 5 × 16। ठीक है ना बच्चों, एक मिनट बच्चों, इत्थे मैंने थोड़ी जी मिस्टेक लग रही है, एक मिनट। हाँ जी बच्चों देखो, आप थोड़ा गलत कर रहे थे। 12 जोड़ 14 जोड़ 16 जोड़ 18 जोड़ 20 जोड़ 22। हुण देखो कितना फर्क है, इत्थे की सी 16 तो बाद 18, इस हिसाब नाल इत्थे कितना होना चाहिए सी अपने कोले। देखो इत्थे 14 सी, 14 तो बाद 16 बन गया, 2 वध गए, इत्थे फिर 18 हो गए, इत्थे 20 हो गए, पर नाल 22 भी करता, तो कितना आ जाएगा बच्चों, ये आ जाएगा साडे कोले। देखो इत्थे आपां किसी 2 3 4, क्योंकि इत्थे एक स्टैप वध गए तो साडे कोले 6 आ जाएगा, तो अगे की आ जाएगा क्योंकि एक स्टैप आपां छड्डिया है, 13 14 15, इत्थे इकट्ठे 2 वधाते तो 16 वाला छड्डता बच्चों, कितना आ जाएगा 6 × 17। इहनूं बोलदे ने पैटर्न नमूना। ठीक है, एक रूल के मुताबिक वध रहे हैं। ठीक है ना। अगे देखो 5वां प्रश्न, संख्या 11 नूं हेठां दिते किहड़े मिलान चिन्ह की वरतों की जाती है। बच्चों इन्हां चिन्हां दे विच की हुंदा है, पहलां 5 लाइनां मारी जांदियां ने सीधियां, 4। ठीक है ना, 5वीं दे नाल कट्टिया जांदा है, 4 लाइनां रूल है, 4 लाइनां लगातियां, 1 2 3 4, तो असीं 5वीं लाइन ला नहीं सकते नाल, 5वीं असीं कट के दिखावांगे, तो असीं 11 नूं दिखाउणा है। हुण देखो आही सवाल है बच्चों, 1 2 3 4 5 6 7 8 9 10 ते 1 11,
ਇਹ ਤੁਸੀਂ ਰੂਲ ਯਾਦ ਰੱਖਣਾ ਹੈ। ਜੇ ਅਸੀਂ 5 ਲਾਈਨਾਂ ਦਿਖਾਉਣੀਆਂ ਨੇ ਤਾਂ ਅਸੀਂ 4 ਪਹਿਲਾਂ ਸਿੱਧੀਆਂ ਮਾਰਾਂਗੇ, 5ਵੀਂ ਦੇ ਨਾਲ ਕੱਟਾਂਗੇ। ਠੀਕ ਹੈ ਬੱਚੋ, ਤਾਂ ਈਡੀ ਉੱਤਰ ਸਾਡਾ ਬਿਲਕੁਲ ਸਹੀ ਹੈ। ਅੱਗੇ ਸਬਜੈਕਟ ਇੰਗਲਿਸ਼। ਸੀਮਾ ਲਿਵਸ ਇਨ ਏ ਬਿਗ ਹਾਊਸ। ਸੀਮਾ ਕੀ ਹੈ ਵੀ ਇੱਕ ਵੱਡੇ ਸਾਰੇ ਘਰ ਵਿੱਚ ਰਹਿੰਦੀ ਹੈ। ਹਰ ਐਲਡਰ ਬ੍ਰਦਰ ਰੋਹਨ ਐਂਡ ਹਰ ਯੰਗਰ ਸਿਸਟਰ। ਐਲਡਰ ਹੁੰਦਾ ਬੱਚੋ ਵੱਡਾ ਅਤੇ ਯੰਗਰ ਹੁੰਦਾ ਛੋਟਾ। ਸਿਸਟਰ ਮਿੰਨੀ ਆਲਸੋ ਲਿਵ ਵਿਦ ਹਰ। ਉਸਦਾ ਵੱਡਾ ਭਰਾ ਰੋਹਨ ਅਤੇ ਉਸਦੀ ਛੋਟੀ ਭੈਣ ਮਿੰਨੀ ਵੀ ਉਸਦੇ ਨਾਲ ਰਹਿੰਦੇ ਹਨ। ਦੇ ਹੈਵ ਏ ਪੈਟ ਡੌਗ ਰੋਬਿਨ। ਉਹਨਾਂ ਕੋਲ ਇੱਕ ਪਾਲਤੂ ਕੁੱਤਾ ਹੈ ਰੋਬਿਨ। ਦੇਰ ਆਰ ਮੈਨੀ ਟਰੀਜ਼ ਆਊਟਸਾਈਡ ਦੇਅਰ ਹੋਮ। ਉਹਨਾਂ ਦੇ ਘਰ ਦੇ ਆਲੇ ਦੁਆਲੇ ਬਹੁਤ ਸਾਰੇ ਰੁੱਖ ਹਨ। ਸੀਮਾ ਐਂਡ ਹਰ ਬ੍ਰਦਰ ਪਲੇ ਅੰਡਰ ਦ ਮੈਂਗੋ ਟਰੀ। ਸੀਮਾ ਅਤੇ ਉਸਦਾ ਭਰਾ ਅੰਬ ਦੇ ਰੁੱਖ ਦੇ ਨੀਚੇ ਖੇਡਦੇ ਹਨ। ਮਿੰਨੀ ਲਾਈਕਸ ਟੂ ਰੀਡ ਸਟੋਰੀ ਬੁੱਕਸ ਅੰਡਰ ਦ ਟਰੀ। ਮਿੰਨੀ ਕੀ ਹੈ ਬੱਚਿਓ, ਉਹ ਕਿਤਾਬਾਂ ਨੂੰ ਬਹੁਤ ਪਿਆਰ ਕਰਦੀ ਹੈ, ਹੈ ਨਾ। ਉਹ ਦਰਖਤ ਦੇ ਨੀਚੇ ਬਹਿ ਕੇ ਪੜ੍ਹਨਾ ਪਸੰਦ ਕਰਦੀ ਹੈ। ਰੋਵਨ ਲਵਸ ਟੂ ਸਲੀਪ ਅੰਡਰ ਦਾ ਸ਼ੇਡ ਆਫ ਦਾ ਮੈਂਗੋ ਟਰੀ। ਜਿਹੜਾ ਰੋਬਿਨ ਹੈ ਭਾਵ ਕੁੱਤਾ ਹੈ ਉਹ ਕੀ ਹੈ ਵੀ ਲਵ ਟੂ ਸਲੀਪ, ਉਹ ਕੀ ਹੈ ਅੰਬ ਦੇ ਰੁੱਖ ਦੇ ਨੀਚੇ ਸੌਣਾ ਪਸੰਦ ਕਰਦਾ ਹੈ, ਉਹਦੀ ਛਾਂ ਦੇ ਨੀਚੇ। ਪ੍ਰਸ਼ਨ ਦੇਖੋ, ਹੂ ਲਿਵਸ ਇਨ ਏ ਬਿਗ ਹਾਊਸ। ਕੌਣ ਵੱਡੇ ਘਰ ਵਿੱਚ ਕੌਣ ਕੌਣ ਰਹਿੰਦਾ ਬੱਚੋ? ਰੋਹਨ, ਮਿੰਨੀ, ਸੀਮਾ, ਆਲ ਆਫ ਦੀਜ਼। ਹਾਂਜੀ ਬੱਚੋ, ਬੇਸ਼ੱਕ ਆਪੇ ਸੀਮਾ ਲਿਖਿਆ ਪਰ ਰਹਿੰਦੇ ਤਾਂ ਸਾਰੇ ਨੇ ਨਾ ਘਰ ਦੇ ਵਿੱਚ, ਇਸ ਕਰਕੇ ਆਲ ਆਫ ਦੀਜ਼ ਸਹੀ ਹੈ, ਸਾਰੇ ਘਰ ਵਿੱਚ ਰਹਿੰਦੇ ਹਨ। ਹੂ ਲਾਈਕਸ ਟੂ ਰੀਡ ਸਟੋਰੀ ਬੁੱਕਸ ਅੰਡਰ ਦਾ ਟਰੀ। ਹਾਂ ਵੀ ਰੁੱਖ ਦੇ ਨੀਚੇ ਪੜ੍ਹਨਾ ਕੌਣ ਪਸੰਦ ਕਰਦਾ ਹੈ? ਦੇਖੋ ਬੱਚੋ, ਤੁਹਾਨੂੰ ਪਤਾ ਹੈ ਕੌਣ ਪਸੰਦ ਕਰਦਾ ਹੈ? ਮਿੰਨੀ। ਮਿੰਨੀ ਲਾਈਕਸ ਟੂ ਰੀਡ। ਤਾਂ ਇੱਥੇ ਉੱਤਰ ਕੀ ਆ ਜਾਏਗਾ ਬੱਚੋ? ਇੱਥੇ ਆ ਜਾਏਗਾ ਮਿੰਨੀ। ਸੀ ਉੱਤਰ ਬਿਲਕੁਲ ਸਹੀ ਹੈ। ਅੱਗੇ ਚੂਜ਼ ਦਾ ਕਰੈਕਟ ਸਟੇਟਮੈਂਟ। ਸਹੀ ਉੱਤਰ ਦੱਸਣਾ ਆਪਾਂ ਨੇ। ਸੀਮਾ ਹੈਜ਼ ਏ ਪੈਟ ਡੌਗ। ਸੀਮਾ ਕੋਲ ਪਾਲਤੂ ਕੁੱਤਾ ਹੈ। ਸੀਮਾ ਹੈਜ਼ ਏ ਬ੍ਰਦਰ ਐਂਡ ਏ ਸਿਸਟਰ। ਸੀਮਾ ਦਾ ਇੱਕ ਭਰਾ ਅਤੇ ਭੈਣ ਹੈ, ਇਹ ਵੀ ਸਹੀ ਲੱਗ ਰਿਹਾ ਆਪਾਂ ਨੂੰ। ਸੀਮਾ ਲਾਈਕਸ ਟੂ ਰੀਡ ਸਟੋਰੀ ਬੁੱਕਸ। ਸੀਮਾ ਕਿਤਾਬਾਂ ਪੜ੍ਹਨਾ ਪਸੰਦ ਕਰਦੀ ਹੈ। ਇੱਥੇ ਆਪਾਂ ਨੂੰ ਗਲਤ ਲੱਗ ਰਿਹਾ ਹੈ। ਸੀਮਾ ਲਿਵਜ਼ ਇਨ ਏ ਬਿਗ ਹਾਊਸ। ਸੀਮਾ ਵੱਡੇ ਘਰ ਵਿੱਚ ਰਹਿੰਦੀ ਹੈ। ਬੱਚੇ ਥੋੜ੍ਹਾ ਕੁਐਸਚਨ ਗਲਤ ਲੱਗ ਰਿਹਾ ਹੈ, ਇੱਥੇ ਨਾ ਇਨਕਰੈਕਟ ਆਏਗਾ ਕਿਉਂਕਿ ਬਾਕੀ ਤਾਂ ਸਾਰੇ ਤਿੰਨੇ ਠੀਕ ਨੇ। ਏ ਵੀ ਠੀਕ ਹੈ, ਬੀ ਵੀ ਠੀਕ ਹੈ, ਡੀ ਵੀ ਠੀਕ ਹੈ, ਪਰ ਇਕੱਲਾ ਸੀ ਨਹੀਂ ਠੀਕ ਕਿਉਂਕਿ ਮਿੰਨੀ ਪਸੰਦ ਕਰਨੀ ਕਿਤਾਬਾਂ ਪੜ੍ਹਨਾ। ਇੱਥੇ ਕਰੈਕਟ ਦੀ ਬਜਾਏ ਇਨਕਰੈਕਟ ਆਏਗਾ। ਇਨਕਰੈਕਟ ਕਿਹੜੀ ਇਹਨਾਂ ਵਿੱਚੋਂ ਕਿਹੜੀ ਗਲਤ ਹੈ? ਇਕੱਲੀ ਬੱਚੋ ਸੀ ਗਲਤ ਹੈ। ਠੀਕ ਹੈ ਨਾ, ਬਾਕੀ ਸਾਰਾ ਠੀਕ ਹੈ। ਅੱਗੇ 4th ਕੁਐਸਚਨ, ਪਲੂਰਲ ਆਫ ਦ ਵਰਡ ਮੈਂਗੋ ਇਜ਼। ਪਲੂਰਲ ਤੁਹਾਨੂੰ ਪਤਾ ਹੈ ਨਾ ਕੀ ਹੁੰਦਾ ਬੱਚੋ? ਬਹੁਵਚਨ ਵਧਾਉਣਾ ਆਪਾਂ ਨੇ। ਮੈਂਗੋ ਦਾ ਕੀ ਬਣਨਾ ਹੈ? ਮੈਂਗੋਜ਼। ਕੀ ਹੈ ਬੱਚੋ? ਪਹਿਲਾਂ ਹੀ ਬਿਲਕੁਲ ਸਹੀ ਹੈ, ਮੈਂਗੋਜ਼। ਜਿੱਥੇ ਓ ਲੱਗਿਆ ਹੋਵੇ, ਠੀਕ ਹੈ ਨਾ, ਉਸ ਤੋਂ ਪਹਿਲਾਂ ਕੀ ਹੋਵੇ? ਕੰਸੋਨੈਂਟ ਹੋਵੇ ਤਾਂ ਅਸੀਂ ES ਦੀ ਵਰਤੋਂ ਲਗਾਉਂਦੇ ਹਾਂ, ਮੈਂਗੋਜ਼। ਇਹ ਬਿਲਕੁਲ ਸਹੀ ਹੈ। ਅੱਗੇ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਨਾਊਨ। ਨਾਮ ਕਿਹੜਾ ਨਹੀਂ ਹੈ? ਹਾਊਸ ਬੱਚੋ ਘਰ ਦਾ ਨਾਮ ਹੈ। ਰੀਡ ਪੜ੍ਹਾਈ ਹੈ, ਕਿਰਿਆ, ਇਸ ਕਰਕੇ ਵਰਬ ਹੈ। ਇਹ ਕੀ ਹੈ? ਨਾਊਨ ਨਹੀਂ ਹੈਗਾ। ਟਰੀ ਰੁੱਖ ਹੈ, ਇਹ ਵੀ ਨਾਮ ਹੈ। ਡੌਗ ਕੀ ਹੈ? ਨਾਮ ਹੈ। ਤਾਂ ਕਿਹੜਾ ਨਹੀਂ ਹੈ ਬੱਚੋ? ਇਕੱਲਾ ਬੀ ਨਹੀਂ ਹੈਗਾ, ਰੀਡ। ਠੀਕ ਹੈ। ਅੱਗੇ ਚੱਲਦੇ ਹਾਂ ਆਪਣੀ ਮਿੱਠੀ ਮਿੱਠੀ ਭਾਸ਼ਾ हिंदी ਵੱਲ। ਹਾਂਜੀ, ਕਿਹੜਾ विषय? हिंदी। एक दिन महाराज और महारानी राजमहल में थे और सिद्धार्थ बगीचे में घूम रहे थे। वहाँ रंग बिरंगे फूल खिले हुए थे, पक्षी चहचहा रहे थे। वह सब देखकर बहुत आनंदित हो रहे थे कि अचानक पक्षियों का चहचहाना बंद हो गया। उनका मज़ा किरकिरा हो गया। ज्यों ही उन्होंने ऊपर देखा त्यों ही एक हंस उनके पैरों के पास आकर गिरा। हंस के शरीर में तीर लगा हुआ था और वह छटपटा रहा था। उन्होंने हंस को उठाया, प्यार से उसके पंखों पर हाथ फेरा, धीरे से तीर निकाला और घाव पर पट्टी बांधी। इससे हंस को कुछ राहत मिली। हाँ जी बच्चों, मज़ा किरकिरा होना का अर्थ क्या है? खुशी में रुकावट आना। हाँ जी बच्चों, बिल्कुल सही है। पहला ये खुशी में रुकावट आ जाना, मज़ा किरकिरा होना, ये एक मुहावरा है। सेकंड प्रश्न दूसरा, सोच कर बताएं। बाग में अनेक पेड़ पौधे थे, मैदान में घास उगी हुई थी, पूरा बाग दिखाई दे रहा था।
कंटीला, सूखा सूखा, रंग बिरंगा, हरा भरा। बच्चों हरे भरे ਦੇ ਨਾਲ रंग भी सी ना, क्योंकि रंग बिरंगे ਵਿੱਚ हरा रंग भी आ गया है ना, इसलिए आप कह सकते हैं रंग बिरंगा। क्योंकि अगर हरा हरा होगा, हरा भरा, तो उसमें रंग बिरंगा नहीं होगा, पर रंग बिरंगा में हरा रंग भी आ सकता है, इसलिए ग भाग बिल्कुल सही है, रंग बिरंगा। नेक्स्ट देखो थर्ड प्रश्न, बगीचा का समान अर्थ वाला शब्द क्या होगा। बगीचा, वन वन में जंगल होते हैं, मैदान आपको पता है, खेत भी पता है आपको है ना, जहाँ खेती की जाती है, किसान करते हैं। उपवन, हाँ जी बच्चों क्या भाग है, घ उपवन बिल्कुल सही है। हम बाग को उपवन भी कह सकते हैं, बगीचे को। आगे प्रश्न देखो चौथा, निम्नलिखित शब्दों में से कौन से शब्द में संयुक्त अक्षर का प्रयोग नहीं किया गया है। हाँ जी बच्चों, पक्षी, पक्षी में संयुक्त अक्षर है, ठीक है, क्ष आ गया है ना। आगे अचानक, अचानक किया बच्चों, संयुक्त अक्षर नहीं है, उन्होंने भी आ गया, ज्यों ही आ गया, तो हमारा आंसर क्या है, उत्तर क्या है, अचानक। पांचवा प्रश्न, रंग बिरंगे फूलों को खिले देख पक्षियों को चहचहाता सुन कौन आनंदित हो रहा था। क हंस, महाराज, सिद्धार्थ। कौन हो रहा था बच्चों, सिद्धार्थ है ना, क्योंकि वह बाग में उपवन में क्या था, घूम रहा था, सैर कर रहा था। आगे देखो बच्चों, भाषा की अपना विषय की है वातावरण। पहला प्रश्न, माता पिता तो झिड़कां पै जाण तां तुसीं की करोगे, है ना बच्चों, सिੱਖਿਆ ਲਵਾਂਗੇ ਆਪਾਂ है ना, क्योंकि माता पिता तो सानू झिड़कਦੇ ही ने, जे ਅਸੀਂ गलत काम करते हैं तो सानू झिड़कਦੇ ने हैं, क्योंकि वो सियाणे हुंदे ने। नंबर 1, लापरवाह हो जाओगे, बिल्कुल गलत। गलती सुधारन लई यतन करांगे, बिल्कुल सही है बच्चों। ਜਦੋਂ ਤੁਹਾਨੂੰ ਕੋਈ ਝਿੜਕਾਂ ਪੈਂਦੀਆਂ ਨੇ ਸਮਝੋ ਤੁਹਾਡੇ 'ਚ ਕੋਈ ਗਲਤੀ ਹੈ, ਤਾਂ ਜ਼ਰੂਰ ਸੋਚੋ ਵੀ ਹਾਂ ਸਾਡੇ 'ਚ ਕੋਈ ਗਲਤੀ ਹੈ, ਤਾਂ ਤੁਸੀਂ ਉਸ ਨੂੰ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਯਤਨ ਕਰੋ। दूसरा उत्तर बिल्कुल सही है। प्रश्न 2, घर का गुजारा चलाउण लई बहुत सारे बच्चे खाना पीना छड्ड दिंदे हन, स्कूल जाना छड्ड दिंदे हन, नहाउणा छड्ड दिंदे हन, काम करना छड्ड दिंदे हन। हाँ जी बच्चों, ਜਿਹੜੇ ਬੱਚੇ ਨੇ ਇਹ ਸੋਚ ਲਿਆ ਕਿ ਮੈਂ ਘਰ ਦਾ ਗੁਜ਼ਾਰਾ ਚਲਾਉਣਾ ਹੈ, ਉਹ ਕੀ ਹੈ ਵੀ ਕੰਮ ਕਰਨਾ ਨਹੀਂ ਛੱਡਦੇ। ਉਹ ਕੀ ਕਰਦੇ ਨੇ, ਮਜਬੂਰੀ ਦੇ ਵਿੱਚ ਵਿਚਾਰੇ ਸਕੂਲ ਜਾਣਾ ਛੱਡ ਦਿੰਦੇ ਹਨ। ਪਰ ਤੁਸੀਂ ਦੇਖੋ ਕਿੰਨੇ ਖੁਸ਼ਕਿਸਮਤ ਹੋ, ਤੁਹਾਨੂੰ ਘਰ ਬੈਠਿਆਂ ਨੂੰ ਤੁਹਾਡੇ ਮੰਮੀ ਡੈਡੀ ਹਰ ਚੀਜ਼ ਦੇ ਰਹੇ ਨੇ ਹੈ ਨਾ, ਅਤੇ ਕੀ ਤੁਹਾਨੂੰ ਸਕੂਲ ਭੇਜ ਰਹੇ ਨੇ। ਇਸ ਕਰਕੇ ਤੁਹਾਨੂੰ ਵੱਧ ਤੋਂ ਵੱਧ ਸਾਰਿਆਂ ਨੂੰ ਫਾਇਦਾ ਲੈਣਾ ਚਾਹੀਦਾ, ਆਪਾਂ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ। ਤੀਸਰਾ ਪ੍ਰਸ਼ਨ, ਆਦਿਵਾਸੀ ਲੋਕ ਭੋਜਨ ਵਜੋਂ, ਆਦਿਵਾਸੀ ਕਿਹੜੇ ਹੁੰਦੇ ਸੀ ਬੱਚਿਓ, ਮੁੱਢ ਵਾਲੇ, ਬਿਲਕੁਲ ਸ਼ੁਰੂ ਵਾਲੇ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਸੀ, ਠੀਕ ਹੈ ਨਾ। ਉਹਨਾਂ ਨੂੰ ਅੱਜ ਵਾਲੀਆਂ ਸਹੂਲਤਾਂ ਨਹੀਂ ਸੀ, ਨਾ ਉਸ ਟਾਈਮ ਬਿਜਲੀ ਸੀ, ਠੀਕ ਹੈ, ਨਾ ਹੋ ਉਸ ਟਾਈਮ ਕੋਈ ਇੱਦਾਂ ਦੇ ਟਿਊਬਵੈੱਲ ਸਨ, ਨਾ ਕੋਈ ਜਿਵੇਂ TV ਫਰਿੱਜ, ਨਾ ਕੋਈ ਢੰਗ ਦੇ ਕੱਪੜੇ ਸਨ। ਤਾਂ ਕੀ ਕਰਦੇ ਸਨ ਬੱਚੇ, ਉਹ ਫਾਸਟ ਫੂਡ ਖਾਂਦੇ ਸਨ, ਨਹੀਂ ਬਿਲਕੁਲ ਵੀ ਨਹੀਂ। ਕੇਕ ਖਾਂਦੇ ਸਨ, ਨਹੀਂ ਬੱਚਿਓ। ਰੁੱਖਾਂ ਦੇ ਫਲ ਅਤੇ ਪੱਤੇ ਖਾਂਦੇ ਸਨ। ਕੀ ਖਾਂਦੇ ਸਨ ਬੱਚਿਓ, ਰੁੱਖਾਂ ਦੇ ਫਲ ਅਤੇ ਪੱਤੇ ਖਾਂਦੇ ਸਨ, ਠੀਕ ਹੈ। ਇਹ ਤੀਸਰਾ ਉੱਤਰ ਬਿਲਕੁਲ ਸਹੀ ਹੈ, ਕਿਉਂਕਿ ਉਸ ਟਾਈਮ ਅਨਾਜ ਦੀ ਵੀ ਕੋਈ ਖੋਜ ਨਹੀਂ ਹੋਈ ਸੀ, ਠੀਕ ਹੈ। ਉਹਨਾਂ ਨੂੰ ਅੱਗ ਵੀ ਨਹੀਂ ਬਾਲਣੀ ਆਉਂਦੀ ਸੀ ਵਿਚਾਰਿਆਂ ਨੂੰ, ਤਾਂ ਇਸ ਕਰਕੇ ਉਹ ਵੀ ਰੁੱਖਾਂ ਦੇ ਫਲ ਖਾ ਕੇ ਗੁਜ਼ਾਰਾ ਕਰਦੇ ਸਨ। ਚੌਥਾ ਪ੍ਰਸ਼ਨ, ਜਿਹੜੇ ਕਿੱਤੇ ਆਪਣੇ ਬਜ਼ੁਰਗਾਂ ਤੋਂ ਸਿੱਖੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ, ਅਮੀਰ ਕਿੱਤੇ, ਸੋਹਣੇ ਕਿੱਤੇ, ਪਿਤਾ ਪੁਰਖੀ ਕਿੱਤੇ। ਬੱਚੋ ਜਿਹੜੇ ਸਾਡੇ ਮਾਤਾ ਭਾਵ ਸਾਡੇ ਪਿਤਾ ਦਾਦਾ ਜੀ ਕੰਮ ਕਰਦੇ ਸੀ, ਜੇਕਰ ਉਹੀ ਕੰਮ ਅਸੀਂ ਦੁਬਾਰਾ ਕਰ ਲਈਏ, ਉਹੀ ਕੰਮ ਅਸੀਂ ਕਰੀਏ, ਤਾਂ ਉਹਨੂੰ ਕੀ ਬੋਲਦੇ ਨੇ, ਪਿਤਾ ਪੁਰਖੀ, ਠੀਕ ਹੈ। ਜਿਵੇਂ ਕਿਸੇ ਦੇ ਪਿਤਾ ਦੀ ਸੁਨਿਆਰੇ ਦੀ ਦੁਕਾਨ ਹੈ, ਅੱਗੇ ਦਾਦਾ ਜੀ ਦੀ, ਉਹਦੇ ਤੋਂ ਬਾਅਦ ਪਿਤਾ ਜੀ ਬਹਿ ਗਏ ਸੁਨਿਆਰੇ ਦੀ ਦੁਕਾਨ 'ਤੇ, ਸੁਨਿਆਰ ਬਣ ਗਏ, ਫਿਰ ਉਸ ਬੱਚਾ ਵੀ ਸੁਨਿਆਰ ਦੀ ਦੁਕਾਨ 'ਤੇ ਭਾਵ ਸੋਨਾ ਬਣਾਉਣ ਤੇ ਗਹਿਣੇ ਬਣਾਉਣ ਲੱਗ ਜਾਂਦਾ, ਤਾਂ ਉਹਨੂੰ ਕਹਿੰਦੇ ਬੱਲੇ ਆਪਾਂ ਪਿਤਾ ਪੁਰਖੀ ਕਿੱਤੇ। ਅੱਗੇ ਦੇਖੋ ਪ੍ਰਸ਼ਨ 5ਵਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਗਲਤ ਹੈ। ਨੰਬਰ 1, ਪੌਦੇ ਮੀਂਹ ਪਵਾਉਣ ਵਿੱਚ ਸਹਾਈ ਹੁੰਦੇ ਹਨ, ਬਿਲਕੁਲ ਸਹੀ ਹੈ। ਪੌਦੇ ਵਾਤਾਵਰਨ ਨੂੰ ਸਾਫ਼ ਕਰਦੇ ਹਨ, ਬਿਲਕੁਲ ਸਹੀ ਹੈ। ਅੱਗੇ ਬੱਚੋ, ਭੋਜਨ ਲਈ ਪੌਦਿਆਂ ਨੂੰ ਕੀ ਹੈ, ਭੋਜਨ ਲਈ ਮਨੁੱਖ ਪੌਦਿਆਂ 'ਤੇ ਨਿਰਭਰ ਕਰਦਾ ਹੈ, ਇਹ ਵੀ ਬਿਲਕੁਲ ਸਹੀ ਹੈ। ਜੇ ਪੌਦੇ ਨਹੀਂ ਹੋਣਗੇ ਤਾਂ ਆਪਾਂ ਕਿੱਥੋਂ ਖਾਵਾਂਗੇ, ਕਿਉਂਕਿ ਸਾਨੂੰ ਹਰ ਚੀਜ਼ ਅਨਾਜ, ਫਲ ਫੁੱਲ, ਸਬਜ਼ੀਆਂ, ਦਵਾਈਆਂ, ਜੜੀਆਂ ਬੂਟੀਆਂ ਸਾਨੂੰ ਸਾਰਾ ਕਿੱਥੋਂ ਮਿਲਦੀਆਂ ਨੇ ਬੱਚਿਓ,
ਪੌਦਿਆਂ ਤੋਂ ਮਿਲਦੀਆਂ ਨੇ, ਆਕਸੀਜਨ ਮਿਲਦੀ ਹੈ, ਤਾਂ ਸਾਡਾ ਜਿਹੜੀ ਜ਼ਿੰਦਗੀ ਹੈ ਸਾਡੀ ਕੀ ਹੈ, ਪੌਦਿਆਂ 'ਤੇ ਨਿਰਭਰ ਹੈ। ਇਸ ਕਰਕੇ ਸਾਨੂੰ ਹਰ ਮਨੁੱਖ ਨੂੰ ਹਰ ਬੱਚੇ ਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ। ਚੌਥਾ ਬੱਚੋ ਦੇਖੋ, ਐਰੋ ਬਿਲਕੁਲ ਸਹੀ ਨਹੀਂ ਚੱਲ ਰਿਹਾ। ਪੌਦੇ ਬਹੁਤ ਜ਼ਿਆਦਾ ਪਾਣੀ ਖਰਾਬ ਕਰਦੇ ਹਨ। ਬਿਲਕੁਲ ਨਹੀਂ ਬੱਚਿਓ, ਪੌਦੇ ਤਾਂ ਬਹੁਤ ਸਿਆਣੇ ਹੁੰਦੇ ਹਨ। ਇਹ ਸਿਰਫ ਆਪਣੀ ਲੋੜ ਦੇ ਮੁਤਾਬਕ ਪਾਣੀ ਲੈਂਦੇ ਹਨ। ਇੱਕ ਮਨੁੱਖ ਹੀ ਹੈ, ਆਪਾਂ ਹੀ ਹੈ ਜਿਹੜੇ ਕਿ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਾਂ। ਪੌਦੇ ਤਾਂ ਕੁਦਰਤ ਵੱਲੋਂ ਬੜੇ ਹੀ ਸਿਆਣੇ ਹਨ। ਇਹ ਸਾਡੇ ਕੋਈ ਵੀ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਬਲਕਿ ਜ਼ਿੰਦਗੀ ਦੇ ਵਿੱਚ ਸਾਨੂੰ ਫਾਇਦੇ ਹੀ ਫਾਇਦੇ ਕਰਦੇ ਹਨ। ਇਸ ਕਰਕੇ ਬੱਚਿਓ, ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਮੈਨੂੰ ਲੱਗਦਾ ਮੇਰੇ ਬੱਚੇ ਸਮਝ ਜਾਣਗੇ ਅਤੇ ਅੱਜ ਤੋਂ ਹੀ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਕਰਨਗੇ, ਪਹਿਲਾਂ ਵੀ ਕਰਦੇ ਨੇ। ਮਿਲਦੇ ਹਾਂ ਬੱਚਿਓ ਕੱਲ੍ਹ ਫਿਰ। ਓਕੇ ਬਾਏ, ਹੈਵ ਏ ਨਾਈਸ ਡੇ।